अम्मी जालम ने मार दिता साड़ी भैन नू। अम्मी टैक नहीं होया, अम्मी गला वेख, अम्मी कन्न वेख, अम्मी एदियां चीज़ां वेख, अम्मी वेख ते सही इत्थे भी सगम ही, अम्मी इत्थे सगम ही, अम्मी एदा सगम वेख तू किवें मन लिया टैक होया। मैं कहा पुत्तर मैनू नहीं जे पता। क्या हो सकता अटैक? कोई बीमार नहीं सी, कोई शुमार नहीं, कुछ नहीं सी मेरी धी नूं हैगा। इस जालम ने ਉਹਨੂੰ ਮਾਰ ਕੇ ਐਂਡ ਕਰਕੇ ਤੇ ਫੇਰ ਸਾਨੂੰ ਕਹਿਤਾ ਕਿ ਇਹਨੂੰ ਹੋ ਗਿਆ ਅਟੈਕ ਹੋ ਗਿਆ। ਮੈਨੂੰ ਤਲਾਹ ਨਹੀਂ ਦੇ ਸਕੀ ਮੇਰੀ ਧੀ। ਅੱਲਾ ਨੇ ਵੀ ਇੰਨੀ ਇਹਨੂੰ ਹੁਕਮ ਨਹੀਂ ਦਿੱਤਾ, ਇੰਨੀ ਨਹੀਂ ਥੋੜਾ ਜਿਹਾ ਵੀ ਟਾਈਮ ਮਿਲ ਜਾਂਦਾ, ਕੋਈ ਫਰਿਸ਼ਤਾ ਬਣ ਕੇ ਮੇਰੀ ਧੀ ਤੇ ਆ ਜਾਂਦਾ, ਮੇਰੀ ਧੀ ਬਚ ਜਾਂਦੀ, मेरी धी बच जाती। उसका खून इतना, उसका चारपाई के नीचे खून तक गया हुआ था, उसके सारे कपड़े यहाँ तक भीगे हुए थे खून के साथ। मैंने कहा कैसे अटैक हो गया उसको। उसकी गर्दन के ऊपर सारे ये यहाँ पे निशान थे, यहाँ गर्दन पे निशान थे, बाजू उसका टूटा हुआ था, टांग पे उसके रगड़ों के निशान थे, जख्मों के निशान थे। गला भी दबाया गया था उसका? हाँ, गला भी दबाया गया था। आप बाद च लैके आया तो बड़ा रौला पा रहा है, मैं मर गया, मेरे बच्चे इंज हो गए, ड्रामे कर रहा है। ठीक है कि इन्होंने यकीन आ जाए कि वाकई है ही हादसा होया। अस्सलामुअलैकुम, डेली प्रवास से मैं हूं आपका मेजबान राना मुबीन। नाज़रीन, 25 साला बिस्मा जिसकी 8 साल पहले शादी होती है और 4 बच्चों की मां है, उसके खामन ने दूसरी बीवी की मोहब्बत में अपनी पहली बीवी को तशद्दुद करने के बाद जो है वो कत्ल कर दिया। अस्सलाम वालेकुम। वालेकुम अस्सलाम। माँ जी, सब तो पहले ते अल्लाह दा हुक्म और की वजह बनी, शादी किस तरह हुई है, किस तरह मिले तुहानू है? बेटा ਅਸੀਂ ਇੱਥੇ ਰੈਂਟ ਤੇ ਆਏ ਸੀ, ਰੈਂਟ ਤੇ ठीक है। ਰਹਿੰਦੇ ਸੀ ਤੇ ਬੱਚੀ ਮੇਰੀ ਜਵਾਨ ਸੀ। ਮੇਰਾ ਇਹ ਸੋਚਿਆ ਕਿ ਚਲੋ ਮੈਂ ਆਪਣੀ ਬੱਚੀ ਦਾ ਫਰਜ਼ ਅਦਾ ਕਰ ਦਿੰਦੀ ठीक है। ਮੈਂ ਸ਼ਾਦੀ ਕੀਤੀ, ਆਪਣੇ ਹੱਸੀ ਖੁਸ਼ੀ ਕੀਤੀ, ਸ਼ਾਦੀ ਆਪਣੀ ਮਰਜ਼ੀ ਨਾਲ ਕੀਤੀ, ਮਗਰ ਇਹ ਨਹੀਂ ਸੀ ਮੈਨੂੰ ਪਤਾ ਕਿ ਉਸ ਜ਼ਾਲਮ ਸ਼ਖਸ ਦੇ ਮੈਂ ਆਪਣੇ ਹੱਥੀ ਹਵਾਲੇ ਕਰਨ ਦਈ ਆਪਣੀ ਬੇਟੀ। 8 ਸਾਲ ਪਹਿਲੇ ਸ਼ਾਦੀ ਹੋਈ ਸੀ ਇਹਦੀ। 8 ਸਾਲ ਹੋਏ, 17 ਸਾਲਾਂ ਦੀ ਮੇਰੀ ਕਿੰਨਾ ਬੇਟੀ ਸੀ। ਵਕਫਾ ਜਿਹੜਾ ਸੀ ਉਹ ਚੰਗਾ ਰਿਹਾ ਹੈ? ਬੇਟਾ ਬਸ ਨਾਰਮਲ ਗੁਜ਼ਾਰਾ ਹੀ ਹੁੰਦਾ ਰਿਹਾ ਤੇ ਸ਼ੁਰੂ ਬਸ ਤੋਂ ਹੀ, ਸਟਾਰਟਿੰਗ ਸ਼ੁਰੂ ਤੋਂ ਹੀ? ਸਟਾਰਟਿੰਗ ਤੋਂ ਠੀਕ ਹੈ। ਉਹ ਬੱਚੇ ਪੈਦਾ ਹੋ ਗਏ, ਫਿਰ ਤੁਹਾਨੂੰ ਪਤਾ ਕਿ ਮਾਵਾਂ ਬੱਚੇ ਨਹੀਂ ਛੱਡ ਬਿਲਕੁਲ ਸਕਦੀਆਂ, ਇੰਝ ਹੀ ਹੈ। ਮਜਬੂਰ ਹੋ ਗਈ ਮੇਰੀ ਧੀ। ਉਹਨੇ ਜਿਸ ਤਰ੍ਹਾਂ ਵੀ ਗੁਜ਼ਾਰਾ ਹੋ ਸਕਿਆ ਕਰੀ ਗਈ ਬੱਚਿਆਂ ਦੀ ਖਾਤਰ। ਇਹ ਕੁਰਬਾਨੀ ਵੀ ਉਹਨੇ ਬੱਚਿਆਂ ਦੀ ਖਾਤਰ ਹੀ ਦੇ ਦਿੱਤੀ। ਅਸੀਂ ਕਹਿੰਦੇ ਰਹੇ ਹਾਂ ਕਿ ਉਹਨੇ ਤੇਰਾ ਨਹੀਂ ਬਣਨਾ, ਉਹਨੂੰ ਛੱਡ ਦੇ, ਬਿਸਮਾ ਨੂੰ ਛੱਡ ਦੇ, ਉਹਦੇ ਬੱਚੇ ਉਹਨੂੰ ਦੇ ਦੇ। ਜਦੋਂ ਆਪ ਨਹੀਂ ਤੇਰਾ ਬਣਿਆ ਤੇ ਬੱਚੇ ਕਿੱਥੋਂ ਤੇਰੇ ਬਣਨੇ ਨੇ? ਉਹ ਵੀ ਤੇ ਉਹਦੇ ਹੀ ਨਹੀਂ ਨਾ ਬੱਚੇ। ਉਹਨੇ ਕਿਹਾ ਮੈਂ ਬੱਚਿਆਂ ਦਾ ਕੀ ਇੱਕ ਕਸੂਰ। ਮਾਂ ਲਈ ਤਾਂ ਬੜਾ ਤਕਲੀਫ ਦੇ ਮਰਹਲਾ ਹੁੰਦਾ ਹੈ ਕਿ ਬੱਚੇ ਛੱਡਣਾ, ਬੱਚੇ ਜਿन्हें ਉਹਨੂੰ ਛੱਡਣਾ ਪਾਲਿਆ ਹੁੰਦਾ ਹੈ, ਬਹੁਤ ਜੰਮਿਆ ਮੁਸ਼ਕਿਲ। ਹੁੰਦਾ ਉਹਨੂੰ। ਹਾਂਜੀ, ਬਹੁਤ ਬੇਟਾ ਇਹ ਚੀਜ਼ ਮੁਸ਼ਕਲ ਹੋ ਜਾਂਦੀ ਬਾਤ। ਉਹ ਤੇ ਮਾਂ ਬਣ ਕੇ ਵਹਾਂਦੀ ਪਈ ਸੀ ਨਾ। ਹਾਂਜੀ, ਉਹਨੇ ਆਪਣਾ ਪੂਰਾ ਫਰਜ਼ ਦਾ ਪੁੱਤਰ ਕੀਤਾ, ਮਗਰ ਉਹਨੇ ਨੇਕੀ ਉਹਦੀ ਦਾ ਸਿਲਾ ਇਹੀ ਦਿੱਤਾ ਅਖੀਰ। ਕਿੰਨੀ ਦੇਰ ਪਹਿਲੇ ਇਹਦੀ ਦੂਸਰੀ ਸ਼ਾਦੀ ਹੁੰਦੀ ਜਿਹੜੀ ਮੁਹੱਬਤ ਦੀ ਸ਼ਾਦੀ ਆ ਕਰਦਾ ਹੈ? ਮੁਹੱਬਤ ਦੀ ਸ਼ਾਦੀ 2 ਸਾਲ ਹੋ ਗਏ, 2.5। ਪਹਿਲੇ ਤਾਂ ਪਤਾ ਹੀ ਨਹੀਂ ਚੱਲਿਆ ਠੀਕ ਕਿ ਹੈ। ਇਹ ਮਸਲਾ ਕਿ ਇਹਦੇ ਕੋਈ ਹੋਰ ਜਗ੍ਹਾ ਤੇ ਗੱਲ ਹੈਗੀ ਹੈ, ਨਹੀਂ ਹੈਗੀ। ਮੇਰੀ ਧੀ ਨੂੰ ਨਹੀਂ ਸੀ ਪਤਾ। ਠੀਕ ਹੈ। ਅਚਾਨਕ ਹੀ ਕਰਕੇ ਲੈ ਆਇਆ ਘਰ। ਹੂੰ। ਤੇ ਫਿਰ ਉਹ 2-3 ਦਿਨ ਬਾਅਦ ਮੇਰੀ ਬੇਟੀ ਨੇ ਮੈਨੂੰ ਦੱਸਿਆ ਕਿ ਅੰਮੀ ਉਹਨੇ ਨਾਲ ਸ਼ਾਦੀ ਹੋਰ ਕਰ ਲਈ। ਹੂੰ। ਉਹ ਆਪਣੇ ਆਪ ਦੇ ਵਿੱਚ ਹੀ ਉਹਨੇ ਬਰਦਾਸ਼ਤ ਕੀਤਾ ਸੀ ਜੋ ਵੀ ਹੈ ਸੀ। ਮੇਰੇ ਬੇਟੇ ਛੋਟੇ ਸੀ, ਵਾਲਦ ਸੀ, ਮਿਹਨਤ ਕਰਕੇ ਸੀ ਕਮਾ ਕੇ ਖਾ ਰਹੇ ਸੀ। ਉਹਨੇ ਸਾਡੀ ਇਸੇ ਚੀਜ਼ ਦਾ ਫਾਇਦਾ ਚੁੱਕਿਆ ਕਿ ਗਰੀਬ ਲੋਕ ਨੇ, ਕੋਈ ਗੱਲ ਨਹੀਂ, ਇਹਨਾਂ ਨੂੰ ਨੁਕਸਾਨ ਵੀ ਪਹੁੰਚਾਵਾਂਗੇ, ਇਹਨਾਂ ਨੇ ਕੀ ਕਰ ਲੈਣਾ? ਇਹਨਾਂ ਕੀ ਕਰ ਲੈਣਾ, ਬਸ ਐਸੇ ਚੀਜ਼ ਦਾ ਨੇ ਫਾਇਦਾ ਚੁੱਕਿਆ। ਆਖਰੀ ਦਫਾ ਗੱਲ ਹੋਈ ਬਿਸਮਾ ਨਾਲ ਤੁਹਾਡੀ ਹਾਂਜੀ, ਕਿੰਨੇ ਵਜੇ ਗੱਲ ਹੋਈ? ਮੇਰੀ ਤਕਰੀਬਨ 8:30 ਵਜੇ ਗੱਲ ਹੋਈ। 8:30 ਵਜੇ? ਹਾਂਜੀ। ਕਿਸ ਤਰ੍ਹਾਂ ਦੀ ਲੈਂਗੁਏਜ ਸੀ, ਕਿਸ ਤਰ੍ਹਾਂ ਗੱਲਬਾਤ ਕਰਦੀ ਪਈ ਸੀ ਤੁਹਾਡੇ ਨਾਲ? ਬਿਲਕੁਲ ਠੀਕ ਸੀ। ਬਿਲਕੁਲ ਠੀਕ ਸੀ? ਬਿਲਕੁਲ ਠੀਕ ਸੀ। ਖੁਸ਼ੀ ਨਾਲ ਗੱਲ ਕਰਦੀ ਕੋਈ ਪਈ ਸੀ? ਲੜਾਈ ਝਗੜੇ ਦੀ ਗੱਲ ਨਹੀਂ ਉਹਨੇ ਕੀਤੀ, ਕਿਸੇ ਕਿਸਮ ਦੀ ਕੋਈ ਗੱਲ ਨਹੀਂ ਉਹਨੇ ਕੀਤੀ। ਬਸ ਆਮ ਜਿਵੇਂ ਘਰੇਲੂ ਗੱਲਾਂ ਹੁੰਦੀਆਂ ਨੇ ਉਂਝ ਹੀ ਮੈਂ ਉਹਦੇ ਨਾਲ ਗੱਲ ਕੀਤੀ। ਤੇ ਉਸ ਟਾਈਮ ਇਹਦਾ ਖਾਮਨ ਜਿਹੜਾ ਸੀ ਉਹ ਘਰ ਸੀ? ਘਰ ਨਹੀਂ ਸੀ ਹੈਗਾ। ਨਹੀਂ ਸੀ ਘਰ ਹੈਗਾ? ਨਹੀਂ ਸੀ। ਮੈਂ ਪੁੱਛਿਆ ਸੀ, ਕਹਿੰਦੀ ਨਹੀਂ ਘਰ ਹੈਗਾ। ਉਹ ਗਿਆ ਸੀ ਤੇ ਉਹ ਦੂਸਰੀ ਬੁੱਢੀ ਨੂੰ ਲੈ ਕੇ ਆਇਆ ਰਾਤ ਨੂੰ। ਅੱਛਾ। ਉਹ ਪਤਾ ਨਹੀਂ ਕਿਦੋਂ 10 ਵਜੇ ਆਇਆ, 11 ਵਜੇ ਆਇਆ, ਉਦੋਂ ਸਾਡੀ ਗੱਲ ਨਹੀਂ ਹੋਈ। ਸਾਨੂੰ ਸਿਰਫ ਉਦੋਂ ਹੀ ਫੋਨ ਆਇਆ ਜਦੋਂ ਮੇਰੀ ਧੀ ਖਤਮ ਹੋ ਗਈ। ਓਏ ਹੋਏ, ਤੇ ਕੀ ਕਿਹਾ? ਫੋਨ ਕਿਸ ਤਰ੍ਹਾਂ ਆਇਆ? ਕਿੰਨੇ ਫੋਨ ਕੀਤਾ? ਫੋਨ ਉਹਨਾਂ ਦੀ ਹਮਸਾਈ ਨੇ ਕੀਤਾ। ਹਮਸਾਈ ਨੇ ਫੋਨ ਕੀਤਾ? ਹਮਸਾਈ ਨੇ ਫੋਨ ਕੀਤਾ। ਠੀਕ ਹੈ। ਉਹਨੇ ਕਿਹਾ ਕਿ ਤੇਰੀ ਧੀ ਬਿਸਮਾ ਨੂੰ ਨਾ ਅਟੈਕ ਹੋ ਗਿਆ।
ਓਏ ਹੋਏ, ਤੇ ਮਾਂ ਲਈ ਤੇ ਇੱਕ ਬੜਾ ਦਰਦ ਬੜਾ ਲਮਹਾ ਹੁੰਦਾ ਹੈ ਕਿ ਮੇਰੀ ਜਵਾਨ ਧੀ ਜਵਾਨ ਜਿਹਨੂੰ ਮੈਂ ਧੀ ਪਾਲਿਆ ਵੱਡਾ ਪਾਲਿਆ, ਕੀਤਾ ਵਿਆਹ ਮੈਂ ਕਰਕੇ ਇਸ ਭੇਜਿਆ। ਟਾਈਮ ਤੇ ਉਹਦੇ ਨਾਲ ਫੋਨ ਤੇ ਗੱਲ ਕਰਨ ਦੀ ਤੇ ਮੇਰੀ ਧੀ ਚੰਗੀ ਭਲੀ ਸੀ, ਉਹਨੂੰ ਅਟੈਕ ਕਿਸ ਤਰ੍ਹਾਂ ਹੋ ਸਕਦਾ। 8 ਵਜੇ ਗੱਲ ਹੁੰਦੀ ਪਈ ਹੈ, 2 ਵਜੇ ਫੋਨ ਆ ਗਿਆ ਫੋਨ ਕਿ ਆ ਤੇਰੀ ਗਿਆ। ਧੀ ਨੂੰ ਅਟੈਕ ਹੋ ਗਿਆ, ਉਹ ਦੁਨੀਆ ਤੋਂ ਚਲੀ ਗਈ ਹੈ। ਵੇਖੋ ਨਾ ਕਿ ਜ਼ੁਲਮ ਵੇਖ ਲੋ ਨਾ, ਜ਼ੁਲਮ ਦਾ ਤੁਸੀਂ ਵੇਖੋ, ਇੰਤਹਾ ਜ਼ੁਲਮ ਦੀ ਵੇਖੋ, ਵੇਖੋ ਇੰਤਹਾ ਜ਼ੁਲਮ ਦੀ ਕਿ ਇੱਕ ਮੇਰੀ ਧੀ ਚੰਗੀ ਭਲੀ, ਨਾ ਉਹਨੂੰ ਕੋਈ ਸਿਰ ਦਰਦ, ਨਾ ਉਹਨੂੰ ਕੋਈ ਪੇਟ ਦਰਦ, ਉਹਨੂੰ ਕੁਛ ਨਹੀਂ ਸੀ ਹੈਗਾ, ਤੇ ਅਚਾਨਕ ਉਹਨੂੰ ਕਿਸ ਤਰ੍ਹਾਂ ਹੋ ਸਕਦਾ ਅਟੈਕ। ਕੋਈ ਬਿਮਾਰ ਨਹੀਂ ਸੀ, ਕੋਈ ਸ਼ੁਮਾਰ ਨਹੀਂ, ਕੁਛ ਨਹੀਂ ਸੀ ਮੇਰੀ ਧੀ ਨੂੰ ਹੈਗਾ। ਇਸ ਜ਼ਾਲਮ ਨੇ ਉਹਨੂੰ ਮਾਰ ਕੇ ਐਂਡ ਕਰਕੇ ਤੇ ਫੇਰ ਸਾਨੂੰ ਕਹਿਤਾ ਕਿ ਇਹਨੂੰ ਹੋ ਗਿਆ, ਅਟੈਕ ਹੋ ਗਿਆ। ਤੁਸੀਂ ਅਟੈਕ ਦੀ ਜਦੋਂ ਪਹੁੰਚੇ ਕਿ ਅਟੈਕ ਹੋ ਗਿਆ, ਸ਼ਾਇਦ ਕਹਿੰਦੇ ਨੇ ਅੱਲਾ ਦਾ ਹੁਕਮ ਆ ਗਿਆ ਹੋਵੇ। ਹਾਂਜੀ। ਬਿਮਾਰ ਵੀ ਰਹਿੰਦੀ ਸੀ, ਹਾਂਜੀ। ਤਸ਼ੱਦਦ ਕਰਦਾ ਸੀ, ਪਰੇਸ਼ਾਨਾਂ ਦੇ ਦਿਲ 'ਚ ਪਤਾ ਨਹੀਂ ਪਰੇਸ਼ਾਨ ਕਿੰਨੀਆਂ ਕੁ ਤਕਲੀਫਾਂ ਸਨ, ਤਕਲੀਫਾਂ ਜਿਹਦੀ ਵਜ੍ਹਾ ਤੋਂ ਉਹਨੂੰ ਅਟੈਕ ਹੋ ਗਿਆ। ਹਾਂਜੀ, ਤੇ ਜਦੋਂ ਇਸ ਤਰ੍ਹਾਂ ਹੀ। ਪਹੁੰਚੇ ਤੁਸੀਂ ਉੱਥੇ ਪਹੁੰਚੇ ਹਾਂਜੀ। ਕੂਵੇ ਤੇ ਜਾ ਕੇ ਵੇਖਿਆ ਤੇ ਕੀ ਇਹਨਾਂ ਦੀ ਸੂਰਤ ਹਾਲ ਕੀ ਸੀ ਇਹਨਾਂ ਸਭ ਦੀ? ਬੇਟਾ ਉਦੋਂ ਉਹਦੀ ਭੈਣ ਦੀਆਂ ਬੇਟੀਆਂ ਸੀ, ਠੀਕ ਹੈ। ਉਹਦਾ ਮੀਆਂ ਸੀ ਉੱਥੇ, ਹੂੰ ਆਪ ਨਹੀਂ ਸੀ ਹੈਗਾ। ਹੂੰ ਆਪ ਉਦੋਂ ਬਾਅਦ ਚ ਲੈ ਕੇ ਆਇਆ ਤੇ ਬੜਾ ਰੌਲਾ ਪਾ ਰਿਹਾ, ਮੈਂ ਮਰ ਗਿਆ, ਮੇਰੇ ਬੱਚੇ ਇੰਜ ਹੋ ਗਏ, ਇੰਜ ਹੋ ਗਏ, ਡਰਾਮੇ ਕਰ ਰਿਹਾ ਠੀਕ ਹੈ। ਕਿ ਇਹਨਾਂ ਨੂੰ ਯਕੀਨ ਆ ਜਾਏ ਕਿ ਵਾਕਈ ਇਹ ਹੀ ਹਾਸਾ ਹੋਇਆ। ਤੇ ਤੁਹਾਨੂੰ ਤੇ ਇਹ ਗੱਲ ਦਾ ਪਤਾ ਸੀ ਸ਼ਾਇਦ ਮਾਂ ਦਾ ਦਿਲ ਤੇ ਫਿਰ ਹੁੰਦਾ ਹੈ ਨਾ ਕਿ ਆਪਣੀ ਔਲਾਦ ਲਈ ਸਕਦਾ ਟੈਨਸ਼ਨ ਦੀ ਵਜ੍ਹਾ ਤੋਂ ਹੋ ਗਿਆ ਹੋਵੇ ਅਟੈਕ। ਮੈਂ ਇਹੀ ਸੀ ਮੈਨੂੰ। ਤੋਂ ਬਾਅਦ ਚ ਜਦੋਂ ਉਹਦੀ ਦਾਦੀ ਆਈ, ਉਹਦੀ ਛੋਟੀ ਭੈਣ ਨੂੰ ਫੋਨ ਕੀਤਾ, ਸਾਰੇ ਜਦੋਂ ਆਏ ਨੇ ਉਹਨਾਂ ਨੇ ਵੇਖਿਆ, ਉਹਨੇ ਕਿਹਾ ਅੰਮੀ ਨਹੀਂ ਅਟੈਕ ਹੋਇਆ, ਅੰਮੀ ਜ਼ਾਲਮ ਨੇ ਮਾਰ ਦਿੱਤਾ ਸਾਡੀ ਭੈਣ ਨੂੰ, ਅੰਮੀ ਅਟੈਕ ਨਹੀਂ ਹੋਇਆ, ਅੰਮੀ ਗਲਾ ਵੇਖ, ਅੰਮੀ ਕੰਨ ਵੇਖ, ਅੰਮੀ ਇਹਦੀਆਂ ਚੀਜ਼ਾਂ ਵੇਖ, ਅੰਮੀ ਵੇਖ ਤੇ ਸਹੀ, ਇੱਥੇ ਵੀ ਸਗਮ ਹੀ, ਅੰਮੀ ਇੱਥੇ ਸਗਮ ਹੀ, ਅੰਮੀ ਇਹਦਾ ਸਗਮ ਵੇਖ, ਤੂੰ ਕਿਵੇਂ ਮੰਨ ਲਿਆ ਅਟੈਕ ਹੋਇਆ। ਮੈਂ ਕਿਹਾ ਪੁੱਤਰ ਮੈਨੂੰ ਨਹੀਂ ਜੇ ਪਤਾ, ਮੈਂ ਕੀ ਕਰਦੀ, ਮੈਨੂੰ ਤਾਂ ਸਮਝ ਨਹੀਂ ਆਈ। ਅਚਾਨਕ ਮੈਨੂੰ ਫੋਨ ਗਿਆ ਤੇ ਮੈਨੂੰ ਕੋਈ ਸਮਝ ਨਹੀਂ ਆਈ ਕਿ ਕੀ ਬਣਿਆ ਹੈ। ਉਹ ਮਾਂ ਜੀ ਕਿਸ ਤਰ੍ਹਾਂ ਦੀ ਤਕਲੀਫ ਨਾਲ ਜਾਨ ਨਿਕਲੀ ਹੋਏਗੀ, ਪੁੱਤਰ ਪਤਾ ਨਹੀਂ ਜ਼ਿੰਦਾ ਹਾਲਤ ਨੂੰ ਤਸ਼ੱਦਦ ਕਰਦਾ ਰਿਹਾ। ਹਾਂਜੀ ਪੁੱਤਰ, ਪਤਾ ਨਹੀਂ ਮਾਂ ਨੂੰ ਫਾਸਾਂ ਦਿੰਦੀ ਹੋਏਗੀ, ਪਤਾ ਨਹੀਂ ਮਿੰਤਾਂ ਕਰਦੀ ਹੋਏਗੀ, ਵਾਸਤੇ ਪਾਉਂਦੀ ਹੋਏਗੀ, ਕੀ ਮੇਰੀ ਧੀ ਕਰਦੀ ਹੋਏਗੀ, ਕੱਲੀ ਸੀ, ਪਤਾ ਨਹੀਂ ਮੈਨੂੰ। ਮਾਂ ਸੁੱਤੀ ਰਹਿ ਗਈ, ਮਾਂ ਨੂੰ ਕੋਈ ਸਮਝ ਨਹੀਂ ਆਈ। ਹਲੇ ਮੱਲੇ ਦੇ ਵਿੱਚ ਸਾਂ ਮੈਂ, ਮੈਨੂੰ ਤਲਾਹ ਨਹੀਂ ਦੇ ਸਕੀ ਮੇਰੀ ਧੀ। ਅੱਲਾ ਨੇ ਵੀ ਇੰਨੀ ਉਹਨੂੰ ਹੁਕਮ ਨਹੀਂ ਦਿੱਤਾ, ਇੰਨੀ ਨਹੀਂ, ਥੋੜਾ ਜਿਹਾ ਵੀ ਟਾਈਮ ਮਿਲ ਜਾਂਦਾ, ਕੋਈ ਫਰਿਸ਼ਤਾ ਬਣ ਕੇ ਮੇਰੀ ਧੀ ਤੇ ਆ ਜਾਂਦਾ, ਮੇਰੀ ਧੀ ਬਚ ਜਾਂਦੀ, ਮੇਰੀ ਧੀ ਬਚ ਜਾਂਦੀ। ਕੋਈ ਫਰਿਸ਼ਤਾ ਬਣ ਕੇ ਮੇਰੀ ਧੀ ਦੀ ਆਵਾਜ਼ ਸੁਣ ਕੇ ਚਲਾ ਜਾਂਦਾ। नाज़रीन, उस फिरौन ने जिस तरह तशद्दुद किया, किस तरह उस बच्ची की जान निकली होगी कि जिंदा जब इंसान पे तशद्दुद किया जाए कितनी तकलीफ दे मरहला होता है। उसकी सिस्टर भी मेरे साथ मौजूद है, उनसे भी बातचीत करेंगे कि आखिर बहनें जो हैं वो बहनों का दुख समझती हैं, बहनों को दुख दर्द सुनाती हैं कि मेरे हालात किस तरह के हैं, किस तरह के मामला चल रहे हैं। अस्सलाम वालेकुम। वालेकुम अस्सलाम। बहन आपसे बात करती थी, हाँ जी। तकलीफें बर्दाश्त सब कुछ बताती होगी कि किस तरह मुझे तशद्दुद करता है, अक्सर बातें चीतें होती थी आपकी? हाँ जी होती थी। क्या कहती थी बहन आपसे? यही कहती थी कि जब उसकी बात नहीं मानती हूँ, कोई भी बात, तो वो मुझे मारता है। ठीक है। तो मैं उसे समझाती थी, मैंने कहा कोई बात नहीं, तुम आ जाओ हमारे घर, आ जाओ, मतलब अम्मी के घर आ जाओ, बच्चों को छोड़ आओ। मैंने कहा इधर आके रहो। कहती थी नहीं, मैंने बच्चों को नहीं छोड़ना, मैंने इधर ही रहना है। तो हम कहते थे चलो फिर तुम्हारी मर्जी है, तुम वहीं रहो, जहाँ तुम्हारे बच्चे हैं वहीं रहो तुम। वो सब्र करके बर्दाश्त करके वहीं रह जाती थी। और मुझे कहती थी अम्मी को ना बताना, अम्मी को ना बताना कि उसने मुझे मारा है, अम्मी को ना बताना। तो जब मुझे कॉल आई है 2 बजे कि मेरे भाई ने कॉल किया मुझे, मैंने कहा मेरी बहन को मार दिया गया, मरी नहीं है वो। मैं जब गई हूँ घर, मेरी मम्मा लोगों ने तो यकीन कर लिया कि सच में शायद हार्ट अटैक ही हुआ होगा टेंशन की वजह से। मैं गई हूँ, मैंने उसका जिस्म चेक करना शुरू कर दिया, मैंने उसकी गर्दन देखी, मैंने उसके कान देखे, मैंने उसकी टांगें देखी, मैंने उसका सारा जिस्म देखा, मैंने देखा सारा कुछ। यानी कि जिस्म का कोई हिस्सा नहीं ऐसा था जिस पे तशद्दुद ना किया हो। मैंने कहा आप लोग कैसे कह सकते हो कि उसको अटैक हुआ है? मैंने कहा आप लोगों को नजर नहीं आ रहा? मैंने कहा उसका कान देखो, मैंने कहा उसके कान के निशान देखो, उसके इयरिंग्स देखो, उसके इयरिंग्स नहीं है। मैंने कहा उसके बाल देखो बिखरे हुए हैं, कैसे बिखरे हुए हैं, हार्ट अटैक से ऐसे होता है। मैंने कहा उसके बालों का कोई हाल नहीं है, उसका खून इतना, उसका चारपाई के नीचे खून तक गया हुआ था, उसके सारे कपड़े यहाँ तक भीगे हुए थे खून के साथ। मैंने कहा कैसे अटैक हो गया उसको?
उसकी गर्दन के ऊपर सारे ये इस यहाँ पे निशान थे, यहाँ गर्दन पे निशान थे, बाजू उसका टूटा हुआ था, टांग पे उसके रगड़ों के निशान थे, जख्मों के निशान गला भी थे। दबाया गया था उसका। हाँ, गला भी दबाया गया था। पता जब नहीं उसकी यहाँ पे जान क्या नहीं मारा निकल था रही उसका। होगी तो कहा होगा कि चले गला दबा तो उसकी जान निकल जाएगी। उसके गोल्ड के इयरिंग्स थे, वो फोल्ड हुए थे, फोल्ड कहते हैं कि वो वैसे ही फोल्ड। मैंने कहा कैसे हो सकते हैं, अगर वो गिरी है तो पीछे से गिरी है ना, तो इयरिंग्स कैसे फोल्ड हो सकते हैं। एक साइड से इयरिंग्स थे ही नहीं, एक साइड पे थे, और वो भी सारे ना टूटे हुए थे, मतलब मुड़े हुए थे, मतलब है फोल्ड हुए थे। मैंने कहा कैसे हो सकता है। आप लोग कहते हो अटैक हुआ है, मैंने कहा मुझे ये सबूत हो ना, क्या कौन सा अटैक हुआ है। मैंने कहा हॉस्पिटल लेके गए हो ना, बताओ अटैक कैसे हुआ है। दिल का अटैक हुआ है, कोई नस फटी है दिमाग की, क्या हुआ है बताएं हमें, क्या हुआ है उसको। उन्होंने कहा हमें कुछ नहीं पता। हॉस्पिटल गए, उन्होंने कहा डेथ हो गई है, 36 मिनट पहले डेथ हुई है। 36 मिनट उसको रख के उसको देखते रहे कि तसल्ली से मर गई है, फिर उसको हॉस्पिटल लेकर गए हैं। ये हालात थे जी। ये वो बच्ची है जो अब तो यतीम भी होगी और मस्कीन भी है। माँ भी चली गई और बाप का साया तो पहले ही नहीं था। वो इनको यतीम करके छोड़ के गया हुआ था दूसरी बीवी के चक्करों में, तो उसको तो मोहब्बत मिल गई, लेकिन इन बच्चों का क्या कसूर था जिसको आपने 8 साल पहले इनकी माँ के साथ शादी की और फिर उस पर तशद्दुद करते रहे। बेटा क्या देखा था लास्ट टाइम आपने जब आपकी मामा के ऊपर तशद्दुद कर रहे थे आपके पापा? किस चीज से मार रहे थे? ईंट से और राड से। ईंट पकड़ी हुई थी और राड था। कहाँ पे मारा उन्होंने? ईंट सर में मारी और राड जिसम में मारा था। राड जो थे वो जिस्म पे मार रहा था और ईंट सर पे। आपने सारा कुछ देखा। आपने कहा नहीं कि मेरी मम्मा को छोड़ दो, नहीं कहा। डर लग रहा था तब कि हमें भी ना कुछ कर दे, डर लग रहा था ना। अब डर लगता है पापा के पास जाने का? दिल करता है पापा के पास जाने को? इस तरह के बाप होते हैं। बाप तो बड़ी मोहब्बतें करते हैं, प्यार करते हैं अपनी बेटियों के साथ, बेटों के साथ। तो आपके पापा कैसे हैं कि जिसने आपका साये छीन लिया, आपकी मम्मा को भी मार दिया। सीएम साहबा देखती हैं, बच्चों की बड़ी सुनती हैं। आप कहेंगे उनको कि मेरी मम्मा को इंसाफ चाहिए? कहें जरा, कहें आप, हम आपके साथ हैं, डरना नहीं आपने। आप कहें जरा कि मेरी मम्मा को जो है वो इंसाफ चाहिए, कहें। मेरी मम्मा को इंसाफ चाहिए। नाज़रीन, ये वो बच्ची थी जो दर्द बड़ी आह से कह रही थी कि मेरी माँ को बड़ी तकलीफ ज़दा मौत दी गई है और इंसाफ की अपील कर रही थी। माँ जी, सीएम साहिबा औरतों अपनी रेड लाइन समझदियां ने, जिथे तशद्दुद जिथे कोई मामला होंदा है सीएम साहिबा पहुंचदियां ने, इंसाफ फराम कर दिया ने। ते की कहना चाहोगे सीएम साहिबा ਨੂੰ? ਸੀਐਮ ਸਾਹਿਬਾਂ ਨੂੰ ਇਹੀ ਕਹਿਣਾ ਚਾਹ ਰਹੇ ਹਾਂ ਅਸੀਂ ਕਿ ਸਾਨੂੰ ਇਨਸਾਫ ਚਾਹੀਦਾ ਜੋ ਤੁਹਾਡੇ ਵਰਗੀਆਂ ਹੋਰ ਵੀ ਤਾਂ ਮਾਵਾਂ ਤਕਲੀਫ 'ਚ ਹੋਣਗੀਆਂ ਨਾ, ਜਿਹੜੀਆਂ ਵੀਡੀਓ ਵੇਖਦੀਆਂ ਹੋਣਗੀਆਂ, ਉਹਨਾਂ ਦੀਆਂ ਧੀਆਂ ਵੀ ਜਿਹੜੀ ਤਕਲੀਫ 'ਚ ਹੋਣਗੀਆਂ। ਉਹਨਾਂ ਨੂੰ ਪਤਾ ਨਹੀਂ ਹੋਣਾ ਕਿ ਸਾਡੀ ਧੀਆਂ ਦੇ ਨਾਲ ਪਿੱਛੇ ਕੀ ਬਣਦਾ ਹੋਏਗਾ। ਕੀ ਹੁੰਦਾ ਪਿਆ ਇਸ ਤਰ੍ਹਾਂ ਹੀ ਮਾਵਾਂ ਵਿਚਾਰੀਆਂ ਤਾਂ ਫਰਜ਼ ਅਦਾ ਕਰ ਦਿੰਦੀਆਂ ਨੇ, ਸ਼ਾਦੀ ਕਰਕੇ ਤੋਰ ਦਿੰਦੀਆਂ ਨੇ। ਇਹ ਨਹੀਂ ਪਤਾ ਕਿ ਗੁਦਰਿੰਦਾ ਹੈ, ਇਹ ਨਹੀਂ ਪਤਾ ਉਹ ਜ਼ਾਲਮ ਹੈ। ਉਹਨਾਂ ਨੂੰ ਕੀ ਪਤਾ, ਕਿਸਮਤ ਨਹੀਂ ਮਾਵਾਂ ਨੇ ਫੋਲ ਕੇ ਵੇਖੀ ਹੁੰਦੀ ਧੀਆਂ ਦੀ। ਇਹਨਾਂ ਲਾਡ ਪਿਆਰ ਨਾਲ ਪਾਲਦੇ ਨੇ, ਪੋਸ ਕੇ ਪੜਾ ਲਿਖਾ ਕੇ ਦਰਿੰਦੇ ਦੇ ਹੱਥ ਦੇਤੀ ਮੈਂ। बच्चियों को पालते हैं और पढ़ाया जाता है, लिखाया जाता है कि उनका मुस्तकबिल अच्छा हो, और जब इस तरह के दरिंदे लोग जो हैं इनको ब्याह के अपने घरों में लेके जाते हैं और फिर इन्हीं के ऊपर जो है वो इतना बेईमाना तशद्दुद करते हैं कि जिस तरह ये मुलाजिमीन है इनकी। और कई दफा तो इस तरह होता है, कोई बिचारियां जो है ससुरालियों की जाने से बड़ी परेशान होती हैं और माएँ क्या करें, नसीब तो नहीं लिख सकती, तरबियत तो करती हैं लेकिन नसीब। और मैं इनके चाचू भी मेरे साथ मौजूद हैं, इनसे भी बात करके जानता हूँ बिस्मा कैसी बच्ची सी। अच्छी बच्ची सी। अच्छी बच्ची सी। हाँ जी। ਚਾਚਿਆਂ ਨਾਲ ਤੇ ਬੜਾ ਭਤੀਜਿਆਂ ਦਾ ਪਿਆਰ ਵੀ ਹੁੰਦਾ ਹੈ। ਅੰਕਲ ਹੁੰਦਾ। ਅੰਕਲ ਹੋ ਤੁਸੀਂ? ਹਾਂਜੀ। ਤੇ ਕਿਸ ਤਰ੍ਹਾਂ ਪਤਾ ਚੱਲਿਆ ਤੁਹਾਨੂੰ ਕਿ ਬਿਸਮਾ ਨੂੰ ਜਿਹੜਾ ਨਾ ਉਹ ਅੱਜ ਦੁਨੀਆ ਤੇ ਨਹੀਂ ਰਹੀ? ਤਾਰਕ ਨੇ ਸਾਨੂੰ ਫੋਨ ਕੀਤਾ ਠੀਕ ਹੈ, ਕਿ ਬੱਚੀ ਫੌਤ ਹੋ ਗਈ ਜ਼ਰਾ। ਠੀਕ ਹੈ। ਅਸੀਂ ਉੱਥੇ ਗਏ, ਜਾ ਕੇ ਜਿਸ ਵੇਲੇ ਮੈਂ ਵਿਹੜੇ 'ਚ ਵੜਿਆ ਨਾ ਤੇ ਪਹਿਲਾਂ ਸੀੜੀਆਂ ਚੜ੍ਹਦਿਆਂ ਖੂਨ ਹੀ ਖੂਨ ਨਜ਼ਰ ਆਇਆ। ਅੱਛਾ। ਉਸ ਤੋਂ ਬਾਅਦ ਮੈਂ ਬੱਚੀ ਨੂੰ ਜਾ ਕੇ ਝਾਤੀ ਮਾਰੀ, ਬੱਚੀ ਦਾ ਖੂਨ ਥੱਲੋਂ ਤੱਕ ਵਗਦਾ ਪਿਆ। ਮੈਂ ਇੱਕ ਸਾਈਡ ਤੇ ਹੋ ਗਿਆ, ਅੰਦਰ ਝਾਤੀ ਪਈ ਤੇ ਅੰਦਰ ਵੀ ਖੂਨ। ਮੈਂ ਚੁੱਪ ਕਰ ਗਿਆ ਤੇ ਐਰ ਪੁੱਛ-ਗਿੱਛ ਕਰਨੀ ਸ਼ੁਰੂ ਕਰਤੀ। ਉਹਨੂੰ ਮੈਂ ਪੁੱਛਿਆ ਤੂੰ ਹਸਪਤਾਲ ਲੈ ਕੇ ਗਿਆ, ਕਿੱਥੇ ਲੈ ਕੇ ਗਿਆ? ਉਹਨੇ ਮੈਂ ਕੁਰਕੀ ਖੜਿਆ। ਮੈਂ ਕਿਹਾ ਸਾਨੂੰ ਕਿਉਂ ਨਹੀਂ ਸੱਦਿਆ? ਠੀਕ ਹੈ। ਤੂੰ ਜੋ ਟਾਈਮ ਨਾਲ ਸੱਦਾ, ਸਾਨੂੰ ਪਤਾ ਹੁੰਦਾ ਕਿ ਬੱਚੀ ਦੇ ਨਾਲ ਆ ਮਾਮਲਾ ਬਣਿਆ, ਇਹਨੂੰ ਕਿਉਂ ਮਾਰੀ?
ਇਹ ਨਹੀਂ ਮੈਂ ਮਾਰਿਆ ਨਹੀਂ, ਮੈਂ ਤੂੰ ਮਾਰਿਆ, ਇਹ ਨਹੀਂ ਮੈਂ ਮਾਰਿਆ ਨਹੀਂ। ਮੈਂ ਕਹਿੰਦਾ ਖੂਨ ਕਿਉਂ ਇੰਨਾ ਵਗਦਾ ਪਿਆ, ਇਹਦੇ ਇੰਨੇ ਨਿਸ਼ਾਨ ਪਏ ਨੇ, ਕਿਸ ਤਰ੍ਹਾਂ ਪਏ ਨੇ, ਸੀੜੀਆਂ ਤੱਕ ਖੂਨ ਹੈ, ਕਿਉਂ ਇੱਥੇ ਖੂਨ ਹੈ, ਕਮਰੇ 'ਚ ਖੂਨ ਹੈ, ਕਿਉਂ ਖੂਨ ਹੈ, ਕਿਸ ਤਰ੍ਹਾਂ ਖੂਨ ਆਇਆ। ਇੰਨੀ ਗੱਲ ਕਰਦਿਆਂ ਕਰਦਿਆਂ ਉਹਨਾਂ ਦੇ ਰਿਸ਼ਤੇਦਾਰ ਮੇਰੇ ਦੁਆਲੇ ਹੋ ਗਏ ਨੇ, ਉਧਰੋਂ ਬੱਚੇ ਦੇ ਗੱਲ ਪੈਣਾ ਸ਼ੁਰੂ ਹੋ ਗਿਆ, ਉਹਨਾਂ ਦਾ ਭਣਵਈਆ। ਇਸ ਤੋਂ ਪਹਿਲਾਂ ਕਿ ਮੈਂ ਕਿਹਾ ਮਾਮਲਾਤ ਵੱਧ ਜਾਣ, ਮੈਂ ਉਹਨਾਂ ਦਾ ਤਰਲਾ ਮਾਰਿਆ ਕਿ ਸਾਨੂੰ ਮਈਅਤ ਦੇ ਦਿਓ। ਉਹਨਾਂ ਕਿਹਾ ਅਸੀਂ ਮਈਅਤ ਨਹੀਂ ਦੇਣੀ, ਅੱਛਾ ਮਈਅਤ ਤੁਹਾਨੂੰ ਇੱਕ ਸ਼ਰਤ ਦਾਂਗੇ, ਜੇ ਤੁਸੀਂ ਕੇਸ ਨਹੀਂ ਕਰੋਗੇ। ਅੱਛਾ, ਇਹ ਵੀ ਕਹਿੰਦੇ ਪਏ ਨੇ ਕਿ ਕੇਸ ਨਹੀਂ ਕਰੋਗੇ, ਫਿਰ ਇਹਦਾ ਮਤਲਬ ਤੇ ਗੱਲ ਪੱਕੀ ਹੋ ਗਈ ਕਿ ਵਾਕਈ ਇਹਨਾਂ ਨੇ ਮਾਰੇ ਹੀ ਏ। ਹਾਂਜੀ, ਅਸੀਂ ਕੋਸ਼ਿਸ਼ ਕੀਤੀ ਕਿ ਇੱਥੋਂ ਮਾਮਲਾਤ ਨੂੰ ਨਿਬੇੜੀਏ। ਇਸ ਤੋਂ ਪਹਿਲਾਂ ਕਿ ਇੱਕ ਤੇ ਮਰੀ ਪਈ ਹੋਰ ਮਰ ਜਾਏ, ਓਏ ਹੋਏ, ਅਸੀਂ ਵੀ ਉਹਨਾਂ ਦਾ ਤਰਲਾ ਮਾਰਿਆ ਕਿ ਅਸੀਂ ਤੁਹਾਡਾ ਵਾਅਦਾ ਕਰਨੇ ਆ, ਸਾਡਾ ਨੰਬਰ ਲੈ ਲਓ, ਅਸੀਂ ਕੇਸ ਨਹੀਂ ਕਰਦੇ, ਸਿਰਫ ਸਾਡੀ ਮਈਅਤ ਚੁਕਾਓ। ਉਹਨਾਂ ਦਾ ਤਰਲਾ ਮਾਰ ਕੇ ਅਸੀਂ ਮਈਅਤ ਚੁੱਕੀ, ਆਪਣੇ ਘਰ ਲੈ ਗਏ। ਜਿਸ ਵੇਲੇ ਆਣ ਕੇ ਵੇਖਿਆ ਤਾਂ ਸਾਰਾ ਜਿਸਮ ਹੀ ਟੁੱਟਾ ਪਿਆ, ਸਿਰ ਵੀ ਪਾਟਾ ਹੈ, ਬਾਜ਼ੂ ਵੀ ਟੁੱਟੇ, ਚੂਲਾ ਵੀ ਟੁੱਟਾ ਹੈ, ਇਹ ਗੋਡੇ ਵੀ, ਜਗ੍ਹਾ ਜਗ੍ਹਾ ਤੋਂ ਜ਼ਖਮ ਹੀ ਜ਼ਖਮ ਪਾਏ ਗਏ। ਤੇ ਜਦੋਂ ਆ ਕੇ 15 ਤੇ ਕਾਲ ਕੀਤੀ, ਪੁਲਿਸ ਮੌਕੇ ਤੇ ਪਹੁੰਚੀ, ਪੁਲਿਸ ਕਿਸ ਤਰ੍ਹਾਂ ਦਾ ਤਾਮਨ ਕਰਦੀ ਪਈ ਏ? ਮੁਲਜ਼ਮਾਨ ਫੜੇ ਨੇ ਉਹਨਾਂ ਨੇ? ਕੁਝ ਫੜੇ ਨੇ, ਕੁਝ ਜ਼ਿਆਦਾ ਫਰਾਰ ਨੇ। ਜ਼ਿਆਦਾ ਫਰਾਰ ਨੇ? ਹਾਂਜੀ, ਇਹ ਪੁਲਿਸ ਪਹਿਲੇ ਸਾਡਾ ਤਾਮਨ ਕਰਦੀ ਪਈ ਹੈ। ਪੁਲਿਸ ਤਾਮਨ ਕਰਦੀ ਪਈ ਹੈ। ਹਾਂਜੀ। ਸੀਐਮ ਸਾਹਿਬਾ ਦੇਖਦੀਆਂ ਪਈਆਂ ਨੇ, ਕੀ ਕਹਿਣਾ ਚਾਹੋਗੇ? ਅਸੀਂ ਕਹਾਂਗੇ ਤੂੰ ਵੀ ਕਿਸੇ ਦੀ ਮਾਂ ਹੈ, ਠੀਕ ਹੈ। ਅਗਰ ਵੇਖੋ ਸਾਡੀ ਬੱਚੀ ਨਾਲ ਇੰਨਾ ਵੱਡਾ ਹੋਇਆ ਹਾਦਸਾ, ਤੇ ਖੁਦਾ ਦੇ ਵਾਸਤੇ ਸਾਡੇ ਨਾਲ ਜਿੰਨੀ ਵੀ हो सकती हेल्प करो। सीएम साहबा से अपील कर रहे हैं कि हमें जो हमारे साथ जो है वो हेल्प की जाए, इनको इंसाफ मिलना चाहिए कि इनकी बच्ची को जो है वो बहुत बेईमाना जो है वो तशद्दुद किया गया है और उसको मौत के घाट उतार दिया गया है। और ये अपील कर रहे हैं कि सीएम साहबा हमें इंसाफ मिलेगा तो उसकी रूह को जो है वो भी सुकून मिल सकेगा। कमेंट सेक्शन आपके लिए बनाया गया, अपनी राय से जरूर इजहार कीजिएगा। अपने मेजबान को दीजिए इजाजत, अल्लाह ने के बाद।